हाँ जी, नमस्कार जी। नमस्कार साਰਿਆਂ ਨੂੰ। नमस्कार। नमस्कार। ਅੱਛਾ ਜੀ, ਅੱਜ ਆਪਾਂ ਗੱਲ ਕਰਨੀ ਹੈ ਕਿ ਜਿੱਦਾਂ ਕੁਐਸਚਨ ਆ ਕਿ ਕਈ ਵਾਰੀ ਮਰਦ ਲੈ ਲਓ ਚਾਹੇ ਔਰਤ ਲੈ ਲਓ, ਜਦੋਂ ਔਰਤਾਂ ਕਈ ਬੱਚੇ ਛੋਟੇ ਹੁੰਦੇ ਉਹਨਾਂ ਨੂੰ ਲੈ ਕੇ ਸੈਪਰੇਸ਼ਨ ਲੈ ਲੈਂਦੀਆਂ ਨੇ ਤੇ ਬਾਅਦ ਦੇ ਵਿੱਚ ਸਾਰੀ ਉਮਰ ਤੇ ਉਹ ਸੈਪਰੇਟ ਕੱਢਦੀਆਂ ਨੇ, ਡਿਵੋਰਸ ਵੀ ਨਹੀਂ ਲੈਂਦੀਆਂ, ਸੈਪਰੇਸ਼ਨ ਲਿੱਤੀ ਹੁੰਦੀ ਆ। ਪਰ ਉਸ ਤੋਂ ਬਾਅਦ ਫਿਰ ਜਦੋਂ ਬੁਢਾਪਾ ਆ ਜਾਂਦਾ ਉਦੋਂ ਵਿੱਚ ਆ ਜਾਂਦੀਆਂ ਨੇ, ਆਦਮੀ ਦੇ ਕੋਲ ਆ ਜਾਂਦੀਆਂ ਨੇ, ਹੈ ਨਾ। ਤੇ ਮਤਲਬ ਇਹ ਜਿਹੜੀ ਚੀਜ਼ ਹੈ ਵੀ ਸਸੁਰਾਲ ਦੇ ਵਿੱਚ ਜਾਣ ਕੇ ਆ ਜਾਂਦੀਆਂ ਆ ਕਿ ਜਿਹੜੇ ਮਰਦ ਆਪਣੇ ਪਰਿਵਾਰ ਨੂੰ ਨਹੀਂ ਛੋੜਦੇ ਫਿਰ ਉਹਨਾਂ ਦੇ ਵਿੱਚ ਆ ਜਾਂਦੀਆਂ। ਇਸੇ ਤਰੀਕੇ ਨਾਲ ਔਰਤ ਮਰਦ ਵੀ ਕਰਦੇ ਨੇ। ਉਹ ਜਿਹੜੀ ਜਵਾਨੀ ਆ ਇੱਕ ਕਿਸਮ ਦੀ ਜੇ ਲੜਕੇ ਨਾਲ ਇਸ ਤਰੀਕੇ ਨਾਲ ਕੋਈ ਲੜਕੀ ਕਰਦੀ ਹੈ ਤੇ ਉਸ ਦੀ ਜਵਾਨੀ ਤਾਂ ਸਾਰੀ ਚਲੀ ਗਈ, ਉਹ ਜਵਾਨੀ ਤਾਂ ਵਾਪਸ ਨਹੀਂ ਆਣੀ। ਕਿਆ ਇਹਦਾ ਤੁਸੀਂ ਕੀ ਜਵਾਬ ਦੇਣਾ ਚਾਹੋਗੇ ਕਿ ਵੀ ਕਿਆ ਕਿੱਥੇ ਗਲਤੀ ਆ, ਕਿਹੜਾ ਕਸੂਰ ਹੈ ਇਹਦੇ ਵਿੱਚ, ਔਰ ਇਹ ਹੋਣਾ ਚਾਹੀਏ ਜਾਂ ਨਹੀਂ? ਸਾਰੇ ਕੋਲੋਂ ਪਹਿਲਾਂ ਤਾਂ ਇਹ ਜਿਹੜੀ ਹੈਗੀ ਲੜਕੀ ਨੂੰ ਇਹ ਸੋਚਣਾ ਚਾਹੀਦਾ ਹੈਗਾ ਕਿ ਮੈਂ ਜੇਕਰ ਜ਼ਿੰਦਗੀ ਬਿਤਾਣੀ ਹੈਗੀ ਹੈ ਤੇ ਇਹਦੇ ਨਾਲ ਰਵਾਂ। ਜੇ ਮੈਂ ਛੱਡ ਦੇਣਾ ਮੁੜ ਕੇ ਫਿਰ ਆਵੇ ਨਾ, ਆਦਮੀ ਨੂੰ ਚਾਹੀਦਾ ਕਿ ਉਹਨੂੰ ਵਾਪਸ ਬੁਲਾਵੇ ਨਾ, ਮੇਰੇ ਹਿਸਾਬ ਦੇ ਨਾਲ। ਕਿਉਂਕਿ ਜਦ ਜਿਹੜੀ ਅੰਗੂਰਾਂ ਦੀ ਬਹਾਰ ਨਿਕਲ ਗਈ ਤੇ ਮਗਰੋਂ ਕੰਢਿਆਂ ਨੂੰ ਕੀ ਕਰਨਾ ਆਣਾ ਫਿਰ ਚਾਹ ਜਦ ਬੁੱਢੇ ਸੁੱਕੇ ਕੀ ਕਰਨਾ ਫਿਰ ਉਹੀ ਤਾਂ ਮਤਲਬ ਪੈਸੇ ਦੀ ਭੁੱਖੀ ਹੋਈ ਫਿਰ ਔਰਤ ਜਿਹਨੂੰ ਕਹਿੰਦੇ ਆ। ਜਵਾਨੀ ਵਿੱਚ ਆਪਣੇ ਬੱਚਿਆਂ ਦੇ ਪੈਸੇ ਲੈ ਕੇ ਖਾਂਦੀ ਰਹੀ ਤੇ ਬਾਅਦ ਵਿੱਚ ਜਿਹਨੂੰ ਸਾਰਾ ਆਪਣੇ ਬੱਚੇ ਪਲ ਗਏ ਤੇ ਮਗਰੋਂ ਉਹਨੇ ਆਪਣਾ ਸੁੱਖ ਵੀ ਚਾਹੀਦਾ ਹੈਗਾ ਉਹਨੂੰ ਕਿ ਮੈਨੂੰ ਵੀ ਸੁੱਖ ਮਿਲੇ ਤੇ ਫਿਰ ਉਹ ਸੁੱਕੇ ਦਰਖਤ ਵਾਂਗੂ ਛਾਂ ਥੱਲੇ ਬੈਠ ਜਾਂਦੀ ਹੈ ਕਿ ਇਟਸ ਐਬਸੋਲੂਟਲੀ ਰੋਂਗ। ਉਹਨੂੰ ਆਦਮੀ ਨੂੰ ਚਾਹੀਦਾ ਕਿ ਜਿੱਥੇ ਪਹਿਲੇ ਗਈ ਹੈ ਉੱਥੇ ਉਹਨੂੰ ਛੱਡ ਦੇਵੇ, ਉਹਨੂੰ ਉਹਦੇ ਹੱਥ ਤੇ ਛੱਡ ਹਾਂ, ਦੇਵੇ। ਇਹਦੇ ਵਿੱਚ ਕਮਜ਼ੋਰੀ ਸਸੁਰਾਲ ਵਾਲਿਆਂ ਦੀ ਹੋਈ ਨਾ। ਕਮਜ਼ੋਰੀ ਮਰਦ ਦੀ ਕਮਜ਼ੋਰੀ ਹੈ। ਕਈ ਕਹਿੰਦੇ ਚਲੋ ਦਇਆ ਹੈਗੀ ਹੈ, ਦਇਆ ਕਰੋ ਜੀ, ਚਲੋ ਔਰਤ ਹੈਗੀ ਔਰਤ ਦਇਆ ਕਰ ਦੋ, ਬਟ ਉਹਨੂੰ ਦਇਆ ਨਹੀਂ ਕਰਨੀ ਚਾਹੀਦੀ। ਅੱਛਾ, ਪਰ ਲੇਕਿਨ ਉਹਦੇ ਪਿੱਛੇ ਉਹਦੀ ਉਹਨਾਂ ਦੇ ਪਰਿਵਾਰ ਦਾ ਵੀ ਤਾਂ ਹੱਥ ਹੋਊਗਾ ਨਾ, ਕਿਉਂਕਿ ਉਹਨਾਂ ਨੇ ਜਿਨ੍ਹਾਂ ਨੇ ਬੱਚਿਆਂ ਨੂੰ ਸਿਖਾਇਆ ਨਹੀਂ ਪੂਰਾ, ਆਪਣੇ ਬੇਟੇ ਨੂੰ ਉਹਨਾਂ ਟ੍ਰੇਨਡ ਨਹੀਂ ਕੀਤਾ। ठीक है ठीक है। अच्छा, और कोई ਇਹਦੇ ਬਾਰੇ ਜਵਾਬ ਦੇਣਾ ਚਾਹੁੰਦਾ? हाँ जी। उषा जी, बात ये होती है कि जब बच्चे बड़े हो जाते हैं तब वो दोनों अकेले हो जाते हैं, पति पत्नी, और फिर वो सोचते हैं कि बच्चे तो बड़े हो गए, अपनी अपनी दुनिया में खो गए, तो अब हम साथ रहे। मतलब कहने का कि अब बच्चे तो शादी करके अलग हो जाएंगे तो मेरे को अब अकेली हो जाऊंगी तो अब पति के पास चले जाओ। हाँ हाँ, तो उसको याद आई होगी कि अब पति, अब मेरा कोई नहीं है, मैं अकेली अच्छा, हूँ। तो नहीं, पर हिना जी सॉलिड जवाब सेल्फिशनेस नहीं। हिना जी, पर जवानी तो चली गई, जवानी वापस आ जाएगी? नहीं आएगी, नहीं आएगी, नहीं हाँ, तो वापस फिर आएगी। बुढ़ापे में क्या करना उसको? कुछ नहीं करना है, बस ऐसे ही अपने सेल्फिश है ना ये लोग। ओके, ठीक है। मैं तो कहनी हूँ आदमी का कदे होता सारा कसूर। हाँ जी, ਆਦਮੀ ਦਾ ਹੀ ਹੈ ਸਾਰਾ ਫੋਲਟ ਬਈ ਜਿਹਨੇ ਆਪਣੀ ਜਵਾਨੀ ਤੇ ਦੇ ਗਾਲ ਲਈ ਬਾਅਦ ਦੇ ਵਿੱਚ ਫਿਰ ਉਹਨੂੰ ਬਾੜ ਲਿਆ। ਹਾਂਜੀ ਹਾਂਜੀ, ਠੀਕ ਹੈ। ਤੇ ਜਿਹੜੇ ਮਰਦ ਇਸ ਤਰੀਕੇ ਨਾਲ ਕਰਦੇ ਆ, ਕਈ ਔਰਤਾਂ ਦੇ ਨਾਲ ਵੀ, ਕਿਉਂਕਿ ਔਰਤਾਂ ਵੀ ਕਰਦੀਆਂ, ਮਰਦ ਵੀ ਕਈ ਇਦਾਂ ਕਰਦੇ ਆ। ਉਹ ਮਰਦ ਜਿਹੜੇ ਆ ਉਹ ਸਾਰੀ ਉਮਰ ਤਾਂ ਉਹ ਜਵਾਨੀ 'ਚ ਔਰਤ ਦੀ ਇੱਜ਼ਤ ਨਹੀਂ ਕਰਦੇ, ਇਤਨੀ ਉਹਦੀ ਵੈਲਿਊ ਨਹੀਂ ਪਾਉਂਦੇ। ਪਰ ਉਹਨਾਂ ਨੇ ਇਦਾਂ ਸੋਚਿਆ ਹੁੰਦਾ ਵੀ ਬਸ ਇਹ ਤਾਂ ਇੱਕ ਸ਼ਾਦੀ ਹੋ ਗਈ ਹੈ, ਬਸ ਇਹਨੇ ਹੁਣ ਘਰ ਦਾ ਕੰਮ ਕਰਨਾ, ਬੱਚੇ ਪਾਲਣੇ, ਹੈ ਨਾ। ਤੇ ਪਰ ਉਹ ਬਾਹਰ ਫਿਰਦੇ ਤੁਰਦੇ ਨੇ, ਆਪਣੀ ਐਸ਼ ਕਰਦੇ ਨੇ ਨਾ। ਲੇਕਿਨ ਜਦੋਂ ਬੁਢਾਪਾ ਜਾਂ ਕਿਸੇ ਗਰਲਫ੍ਰੈਂਡ ਨਾਲ ਰਹਿਣ ਲੱਗ ਜਾਂਦੇ ਨੇ, ਕਈ ਮਰਦ ਇਦਾਂ ਵੀ ਆ, ਘਰ ਵੀ ਰੱਖਦੇ ਗਾ, ਬਾਹਰ ਗਰਲਫ੍ਰੈਂਡ ਨਾਲ ਵੀ ਰਹਿੰਦੇ ਆ, ਤੇ ਕਈ ਵਾਰੀ ਘਰ ਛੱਡ ਕੇ ਵੀ ਚੱਲ ਜਾਂਦੇ ਆ, ਕਦੀ ਕਦੀ ਆਉਂਦੇ ਘਰ। ਲੇਕਿਨ ਉਹ ਫਿਰ ਬੁਢਾਪੇ ਦੇ ਵਿੱਚ ਫਿਰ ਆ ਜਾਂਦੇ ਆ ਕੋਲ, ਜਦੋਂ ਗਰਲਫ੍ਰੈਂਡ ਬੁਢਾਪੇ 'ਚ ਤਾਂ ਸਾਂਭਦੀ ਨਹੀਂ। ਫਿਰ ਉੱਥੇ ਤੁਹਾਡਾ ਕੀ ਕਹਿਣਾ ਆ? ਸਾਡੀ ਕਵੰਡ 'ਚ 2 ਕੇਸ ਬਿਲਕੁਲ ਐਗਜ਼ੈਕਟਲੀ ਸੇਮ ਹੋਏ ਹੈਗੇ ਨੇ। ਇੱਕ ਭਾਈ ਇੱਥੋਂ ਛੱਡ ਕੇ ਆਪਣੀ ਵਾਈਫ ਨੂੰ ਬੰਬੇ ਚਲਾ ਗਿਆ ਤੇ ਸਾਰੀ ਜਵਾਨੀ ਉਹ ਬਾਹਰ ਰਿਹਾ, ਅੰਤ ਦੇ ਵਿੱਚ ਆ ਕੇ ਫਿਰ ਵਾਈਫ ਦੇ ਕੋਲ ਆ ਗਿਆ, ਰੋਇਆ, ਗਿੜਗੜਾਇਆ, ਆਈ ਐਮ ਨਥਿੰਗ ਵਿਦਆਊਟ ਯੂ, ਮੈਨੂੰ ਰੱਖ ਲੈ, ਫਲਾਣ ਕਰ ਲੈ, ਢਮਕਾਣ ਕਰ ਲੈ। ਉਹਦੇ ਜਿਹਨੂੰ ਕਹਿੰਦੇ ਨਾ, ਉਹਦੇ ਆਂਸੂ ਜਿਹੜੇ ਹੈਗੇ ਸੀ ਬੜੇ ਦੁੱਖ ਭਰੇ ਸੀਗੇ। ਔਰਤ ਨੇ ਫਿਰ ਆਪਣੇ ਸੀਨੇ ਨੂੰ ਨਿਕਾਲੇ, ਚੱਲ ਕੋਈ ਡਰ ਨਹੀਂ। ਇੱਥੇ ਆ ਕੇ ਫਿਰ 4-5 ਸਾਲ ਦੇ ਬਾਅਦ ਜਿਹੜਾ ਐਕਸਪਾਇਰ ਹੋ ਗਿਆ।
ਦੂਸਰਾ ਕੇਸ ਵੀ ਇਦਾਂ ਹੀ ਹੋਇਆ, 3 ਬੱਚੇ ਛੱਡ ਕੇ ਵਾਈਫ ਨੂੰ ਛੱਡ ਕੇ ਚਲਾ ਗਿਆ, ਗਰਲਫ੍ਰੈਂਡਾਂ ਕੋਲ ਗਿਆ, ਬੜੇ ਧੱਕੇ ਖਾਦੇ, ਆਖਰ ਦੇ ਵਿੱਚ ਫਿਰ ਆ ਕੇ ਰਾਤੀ ਦਰਵਾਜ਼ਾ ਖੜਖੜਾਇਆ ਕਿ ਮੈਂ ਤੇਰੇ ਬਿਨਾਂ ਕੁਝ ਨਹੀਂ ਹੈਗਾ। ਉਹ ਦੂਸਰਾ ਕੇਸ ਹੈਗਾ ਸੀ, ਮੈਨੂੰ ਸੀਨੇ ਨਾਲ ਲਗਾ ਲਿਆ। ਉਹ ਹੁਣ ਦੋਨੋਂ ਹਸਬੈਂਡ ਵਾਈਫ ਰਹਿੰਦੇ ਪਏ ਹੈਗੇ ਨੇ। ਉਹ ਔਰਤ ਕਹਿੰਦੀ ਸੀ ਕਿ ਮੈਨੂੰ ਕੋਈ ਕਹੇ ਨਾ ਮੈਂ ਹੱਥ ਤੇ ਦੀਵਾ ਲਗਾ ਕੇ ਜਲਾਵਾਂ ਤੇ ਮੈਂ ਕਿਸੇ ਵੀ ਮਾਈਕਲ ਇਹ ਪ੍ਰਾਰਥਨਾ ਕਰਨੀ ਕਿ ਮੇਰਾ ਹਸਬੈਂਡ ਵਾਪਸ ਆ ਜਾਵੇ। ਔਰਤ ਜਿਹੜੀ ਹੈਗੀ ਨਾ ਬੜੀ ਕਾਇੰਡ ਜਿਹੀ ਹੁੰਦੀ ਹੈ। ਆਈ ਡੋਂਟ ਨਹੀਂ 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 ਪਰ ਮਾਸੀ ਜੀ ਇਹ ਜਿਹੜੀ ਚੀਜ਼ ਹੈ, ਦੇਖੋ ਸਾਡੀ ਕਮਿਊਨਿਟੀ ਦੇ ਵਿੱਚ ਜਿਹੜੀਆਂ ਕ੍ਰਿਤੀਆਂ ਆ ਉਹਨਾਂ ਨੂੰ ਠੀਕ ਤੁਸੀਂ ਕਿਵੇਂ ਕਰੋਗੇ, ਕਿਵੇਂ ਤੁਸੀਂ ਆਪਣੇ ਬੱਚਿਆਂ ਨੂੰ ਸਿਖਾਓਗੇ? ਇਹਦਾ ਮੀਨਿੰਗ ਆ ਕਿ ਤੁਹਾਡੀ ਜਵਾਨੀ ਨੂੰ ਕੋਈ ਗਾਲ ਕੇ ਬਾਅਦ ਦੇ ਵਿੱਚ ਤੁਹਾਡੇ ਬੁਢਾਪੇ ਦੇ ਕੋਲ ਤੁਹਾਡੇ ਕੋਲ ਕੋਈ ਆ ਜਾਵੇ ਆਪਣੀ ਸੇਵਾ ਕਰਾਉਣ ਲਈ, ਹਾਂ ਸੇਵਾ ਚਾਹੇ ਉਹ ਔਰਤ ਹੈ ਚਾਹੇ ਉਹ ਮਰਦ ਆ। ਬਿਲਕੁਲ ਰੱਬ ਸਾਨੂੰ ਇਹ ਸਿਖਾਉਂਦਾ ਵੇ। ਬਿਲਕੁਲ ਬਿਲकुल बिल्कुल ਇਸ ਤਰ੍ਹਾਂ ਹੋਇਆ ਤਾਂ ਕਹਿੰਦੀ ਪਈ ਨਾ, ਆਖਰ 3 ਸਾਲ ਬਾਅਦ ਚਲਾ ਗਿਆ, ਬਿਮਾਰ ਹੋ ਗਿਆ, ਵਾਪਸ ਆ ਗਿਆ। ਆਖਰ ਫਿਰ ਨੂੰ ਯਾਦ ਹੈ ਕਿ ਮੇਰਾ ਘਰ ਹੈਗਾ, ਮੇਰੀ ਵਾਈਫ ਹੈਗੀ, ਮੈਂ ਜਾਵਾਂ। ਨਹੀਂ ਘਰ ਤੇ ਜਦ ਉਦੋਂ ਯਾਦ ਹੈ ਜਦੋਂ ਉਹਨੂੰ ਆਪ ਨੂੰ ਜ਼ਰੂਰਤ ਹੋਈ। ਹਾਂ ਲੋੜ ਨੂੰ ਹਾਂ ਤੇ ਫਿਰ ਮੈਂ ਪੁੱਛਦੀ ਹਾਂ ਕਿ ਕਿਆ ਇਹ ਔਰਤ ਦੀ ਗਲਤੀ ਆ ਜਾਂ ਨਹੀਂ? ਹਾਂ ਠੀਕ ਹੈ, ਬਿਲਕੁਲ ਠੀਕ ਹੈ। ਇਹ ਕਾਈਂਡਨੈਸ ਨਹੀਂ ਇਹਨੂੰ ਕਿਹਾ ਜਾਂਦਾ, ਇਹਨੂੰ ਕਾਇਰਤਾ ਕਿਹਾ ਜਾਂਦਾ। ਹਾਂ ਠੀਕ ਹੈ ਕਾਈਂਡਨੈਸ ਨਹੀਂ ਹੈ। ਜੇ ਤੁਸੀਂ ਕਹੋ ਕਾਈਂਡਨੈਸ ਹੈ, नो। ਹਾਂ ਕਿਉਂਕਿ ਜੋ ਇਨਸਾਨ ਇੰਨੀ ਸੋਚ ਨਹੀਂ ਰੱਖਦਾ ਉਹ ਸਹੀ ਗੱਲ ਹੈ। ਕਾਇਰਤਾ ਇਹਨੂੰ ਕਿਹਾ ਜਾਂਦਾ ਆ। ਔਰ ਉਹ ਆਪਣੇ ਬੱਚੇ ਨੂੰ ਵੀ ਉਦਾਂ ਦਾ ਹੀ ਬਣਾਏਗਾ ਫਿਰ, ਬਣਾਈ। ਬਿਲकुल सही बात है। हाँ हाँ ਹੈ ਨਾ। ਉਸ ਦਾ ਉਹ ਆਪਣੀ ਕਮਿਊਨਿਟੀ ਦਾ ਸੁਧਾਰ ਕੀ ਲਿਆਏਗਾ? ਉਹ ਕਿਸੇ ਨੂੰ ਕੀ ਸਿਖਾਏਗਾ ਜੋ ਖੁਦ ਹੀ ਆਪ ਇਦਾਂ ਹੈ? ਠੀਕ ਹੈ। ਤੁਹਾਡਾ ਕੀ ਕਹਿਣਾ ਆਪਣਾ ਨੀਲਮ ਜੀ? ਮੈਂ ਕੀ ਦੱਸਾਂ? ਨਹੀਂ ਦੱਸੋ, ਜੋ ਦਿਲ ਚ ਆਉਂਦਾ ਜੋ ਦੱਸੋ। ਤੁਹਾਡੇ ਦਿਲ ਚ ਆਉਂਦਾ ਦੱਸੋ ਕਿ ਜੇ ਮਰਦ ਇਦਾਂ ਕਰਦਾ ਹੈ ਤੇ ਫਿਰ ਔਰਤ ਨੂੰ ਕੀ ਕਰਨਾ ਚਾਹੀਦਾ? ਨਹੀਂ ਰੱਖਣਾ ਚਾਹੀਦਾ ਮਰਦ ਨੂੰ, ਔਰਤ ਨੂੰ ਬੁਢਾਪੇ 'ਚ ਫਿਰ ਨਹੀਂ ਲੈਣਾ ਚਾਹੀਦਾ ਨਾ। ਨਹੀਂ, ਹਾਂ, ਚਾਹੇ ਔਰਤ ਹੋਵੇ ਚਾਹੇ ਮਰਦ ਹੋਵੇ, ਚਾਹੇ ਜਦੋਂ ਮਰਦ ਜਵਾਨੀ ਚਲੀ ਗਈ ਤੁਹਾਡਾ ਕਹਿਣ ਦਾ ਮਤਲਬ ਹੈ ਕਿ ਹਾਂਜੀ। ਵਾਪਸ ਨਹੀਂ ਲੈਣਾ ਚਾਹੀਦਾ। ਗੁਰਮੀਤ ਭੈਣ ਜੀ ਤੁਹਾਡਾ ਕੀ ਕਹਿਣ ਦਾ ਮਤਲਬ ਹੈ ਇਹਦੇ ਬਾਰੇ? ਜਵਾਬ ਆ ਮੈਂ ਤਾਂ ਇਹ ਜਵਾਬ ਦੇਵਾਂਗੀ ਜਿਹੜੀ ਔਰਤ ਇੱਕ ਵਾਰੀ ਛੱਡ ਕੇ ਚੱਲੀ ਸ਼ੀ ਸੈਲਫ, ਉਹ ਬਹੁਤ ਸੈਲਫਿਸ਼ ਔਰਤ ਹੋਊਗੀ ਜਿਹੜੀ ਛੱਡ ਕੇ ਤੇ ਵਾਪਸ ਆਉਣ ਲਈ ਵੀ ਉਹਨੇ ਆਪਣੀ ਸੈਲਫ ਆਪਣੇ ਆਈ ਵਾਪਸ। ਆਪਣਾ ਜਾਨੀ ਫਾਇਦਾ ਦੇਖ ਕੇ ਆਈ। ਹਾਂਜੀ ਉਹ ਸੈਲਫਿਸ਼ ਆ ਉਹਦੀ ਕੁੜੀ। ਬੱਚੇ ਆਪਣੇ ਪਾਲ ਲਏ, ਬੱਚੇ ਪਾਲ ਕੇ ਸਾਰਾ ਕੁਝ ਖਰਾਬ ਨਹੀਂ ਬੱਚੇ ਔਰਤਾਂ ਕੱਲੀਆਂ ਨਹੀਂ ਪਾਲਦੀਆਂ। ਸੌਰੀ ਮੈਂ ਤੁਹਾਨੂੰ ਇੱਥੇ ਕਰੈਕਟ ਕਰ ਦਵਾਂ, ਉਹ ਆਦਮੀਆਂ ਦੇ ਕੋਲੋਂ ਪੈਸੇ ਲੈਂਦੀਆਂ ਨੇ। ਮੈਂ ਵੀ ਇੱਥੇ ਕਹਿਣ ਲੱਗੀ ਤੁਸੀਂ ਮੈਨੂੰ ਉਸ ਪੁਆਇੰਟ ਤੇ ਆਉਣ ਦਿਓ। ਅੱਛਾ ਜੀ। ਮੈਂ ਤੁਹਾਨੂੰ ਇਹ ਕਹਿੰਦੀ ਹਾਂ ਵੀ ਜਿਹੜੀ ਉਹ ਤੁਹਾਡਾ ਨਾ ਜਿਹੜੀ ਔਰਤ ਚਲੇ ਗਈ, ਉਹ ਬੰਦੇ ਨੂੰ ਖਾ ਲਿਆ, ਉਹ ਪੈਸੇ ਦਿੰਦਾ ਰਿਹਾ, ਸਾਰਾ ਕੁਝ ਉਹ ਬੰਦਾ ਹੀ ਕਰਦਾ ਰਿਹਾ, ਹਨਾ। ਯੂਸਰ ਉਹਨੂੰ ਇਹ ਕਹਿੰਦੇ ਆ ਯੂਸਰ ਹੋ ਗਈ, ਤਾਂ ਫਿਰ ਠੀਕ ਹੈ ਫਿਨਿਸ਼ ਕਰੋ। ਜੇ ਇੱਕ ਵਾਰੀ ਮਰ ਗਿਆ ਕਰੇ, ਜੇ ਮਰਦ ਜਾਣੀ ਕਿ ਇਸ ਤਰੀਕੇ ਨਾਲ ਔਰਤ ਨਾਲ ਕਰਦਾ ਤੇ ਉਸ ਨੂੰ ਵੀ ਔਰਤ ਨੂੰ ਨਹੀਂ ਫੈਲਾਣਾ ਚਾਹੀਦਾ ਮਰਦ ਨੂੰ, ਕਿਉਂਕਿ ਜਦੋਂ ਬੁਢਾਪਾ ਜਾਂਦਾ ਉਦੋਂ ਫਿਰ ਉਹ ਆਪਣੀ ਸੇਵਾ ਕਰਾਉਣ ਲਈ ਆਉਂਦੇ ਨੇ, ਆਪਣੇ ਮਤਲਬ ਲਈ ਨਜ਼ਦੀਕ ਆਉਂਦੇ ਨੇ ਨਾ। ਪਰ ਲੇਕਿਨ ਜੀ ਇੱਕ ਗੱਲ ਹੈਗੀ, ਮਰਦ ਬਹੁਤ ਜ਼ਿਆਦਾ ਕਰਦੇ ਆ, ਮਰਦਾਂ ਦਾ ਗਿਣਤੀ ਜ਼ਿਆਦਾ ਆ ਲੇਕਿਨ ਔਰਤਾਂ ਦੀ ਗਿਣਤੀ ਬਹੁਤ ਘੱਟ ਆ, ਕਿਉਂਕਿ ਮਰਦਾਂ ਦੀ ਗਿਣਤੀ ਜ਼ਿਆਦਾ ਹੈ ਤੇ ਔਰਤਾਂ ਦੀ ਘੱਟ ਆ। ਲੇਕਿਨ ਜੇ ਔਰਤਾਂ ਨੇ ਆਪਣਾ ਸਟੈਪ ਚੱਕਿਆ ਹੈ ਤੇ ਫਿਰ ਉਹਨੂੰ ਸਟੈਪ ਚੱਕੇ ਤੇ ਆਪਣਾ ਫੁੱਟ ਡਾਊਨ ਜੇ ਕਰ ਹੀ ਲਿਆ ਤਾਂ ਫਿਰ ਉਹਨੂੰ ਪੂਰਾ ਰੱਖੇ। ਇਹ ਕਿਉਂ ਕਦੀ ਆ ਕੇ ਕਦੀ ਚਲੇ ਗਏ, ਹਨਾ। ਫਿਰ ਆਉਣ ਜਾਣ ਨਹੀਂ ਕਰਨਾ ਚਾਹੀਦਾ, ਹਨਾ। ਚਲੋ ਜੇ ਛੋਟਾ ਬੰਦਾ ਰੁੱਸ ਗਿਆ ਉਹ ਵੱਖਰੀ ਗੱਲ ਹੈ। ਜੇ ਤੁਸੀਂ ਜ਼ਿੰਦਗੀ ਸਾਰੀ ਆਪਣੀ ਲਾ ਲਈ, ਆਪਣੀ ਐਸ਼ ਕਰ ਲਈ, ਬੰਦੇ ਨੇ ਆਪਦੀ ਐਸ਼ ਕਰ ਲਈ, ਬੁੱਢੀ ਨੇ ਆਪਣੀ ਐਸ਼ ਕਰ ਲਈ। ਜਿਹੜਾ ਬੰਦਾ ਸਾਰੀ ਉਮਰ ਗਰਲਫ੍ਰੈਂਡਾਂ ਰੱਖ ਕੇ ਤੁਰਿਆ ਫਿਰਦਾ ਹੈ ਤੇ ਉਹ ਜਦੋਂ ਉਹਨੂੰ ਟਾਈਮ ਲੱਗਦਾ, ਜਿੱਦਾਂ ਹੁਣ ਭੈਣ ਜੀ ਆਪਣਾ ਮਾਸੀ ਜੀ ਕਹਿ ਗਏ ਸੀ ਵੀ 5 ਸਾਲ ਬਾਅਦ ਉਹ ਐਕਸਪਾਇਰ ਹੋ ਗਿਆ ਤੇ ਉਹਨੂੰ ਕਿ ਉਹਦਾ ਸੁੱਖ ਮਿਲ ਗਿਆ, ਉਹ ਆਪਣਾ 5 ਸੁੱਖ ਦੇ ਗਿਆ, ਸੁੱਖ ਦੇ ਕੇ ਆਪਣਾ ਦਰਸੀਸ ਗਨ। ਜਿਹੜਾ ਇਨਸਾਨ ਇਦਾਂ ਦੀਆਂ ਗੱਲਾਂ ਕਰਦੇ ਨੇ, ਮੇਰਾ ਮੀਨਿੰਗ ਵੀ ਕਰਜ਼ ਨਹੀਂ ਹੋਣਾ ਚਾਹੀਦਾ ਵੀ ਉਹਨਾਂ ਦੀਆਂ ਗਲਤੀਆਂ ਆਪਣੀਆਂ ਹੀ ਨੇ, ਜਿਹੜਾ ਕਿ ਬਸ ਉਹਨਾਂ ਦਾ ਖੁਦ ਗਰਜ ਉਹਨਾਂ ਦਾ ਨਾਮ ਮਿਲਦਾ, ਉਹਨੂੰ ਨਾਮ ਹੀ ਮਿਲਦਾ, ਨਾਮ ਉਹ ਖੁਦ ਗਰਜ ਸਟੈਂਡ ਹੁੰਦੇ ਆ, ਉਹਨਾਂ ਨੂੰ ਖੁਦ ਗਰਜੀ। ਹਾਂ, ਚਾਹੇ ਮਰਦ ਕਰਦਾ ਚਾਹੇ ਔਰਤ ਕਰਦੀ, ਜਿਹੜੀ ਕਰਦਾ ਜਦੋਂ ਜਿਹੜਾ ਇਨਸਾਨ ਖੁਦ ਗਰਜੀ ਕਰਦਾ ਉਹ ਹਮੇਸ਼ਾ ਧੋਖਾ ਹੀ ਖਾਂਦਾ। ਅੱਛਾ, ਖੁਦ ਗਰਜ ਤਾਂ ਐਸ਼ ਮਾਰਦੇ, ਉਹ ਧੋਖਾ ਤਾਂ ਖਾਂਦੇ, ਧੋਖਾ ਦੂਸਰੇ ਖਾਂਦੇ ਜਿਹੜੇ ਕਰਦੇ। ਇਸ ਵੇਲੇ ਐਸ਼ ਮਾਰਦੇ ਨੇ, ਜਦੋਂ ਐਂਡ ਹੁੰਦੀ ਫਿਰ ਦੇਖੋ। ਅੱਛਾ ਜੀ। ਹਾਂ, ਉਹ ਕਹਿੰਦੇ ਨੇ ਗਿੱਧਾ ਪੈਂਦਾ ਨਾ ਦੇਖੋ, ਗਿੱਧਾ ਪਾਉਂਦੇ ਨਾ ਦੇਖੋ, ਗਿੱਧਾ ਪੈਂਦਾ। ਅੱਛਾ ਜੀ। ਉੱਥੇ ਚੜ ਕੇ ਦੇਖੋ ਵੀ ਕੀ ਹੋ ਰਿਹਾ। ਓਕੇ, ਚਲੋ ਐਨੀਵੇ ਥੈਂਕਸ ਵੈਰੀ ਮੱਚ। ਇਹਦੇ ਤੋਂ ਹੋ ਸਕਦਾ
ਕਈਆਂ ਨੂੰ ਸਮਝ ਪਵੇ ਕਿ ਕੀ ਕਰਨਾ ਚਾਹੀਦਾ, ਸਾਨੂੰ ਆਪਣੇ ਬੱਚਿਆਂ ਨੂੰ ਕਿਵੇਂ ਟ੍ਰੇਨ ਕਰਨਾ ਚਾਹੀਦਾ ਨਾ। ਸੋ ਥੈਂਕਸ ਵੈਰੀ ਮੱਚ ਐਵਰੀਬਾਡੀ ਐਂਡ ਆਪਣਾ ਵੀਡੀਓ ਵਾਚ ਕਰਨ ਵਾਲਿਆਂ ਨੂੰ ਵੀ ਮੇਰੀ ਹੱਥ ਜੋੜ ਕੇ ਪਿਆਰ ਭਰੀ ਨਮਸਕਾਰ, ਨਮਸਤੇ, ਸਤਿ ਸ੍ਰੀ ਅਕਾਲ।